मन चित वह उदम, जा आहर हर जियो परया। सैल पत्थर में है जंत उपाय, ताका रिजक आगे कर धरया। मेरे माधो जी सत संगत मिलै सो तरया। गुर प्रसाद परम पद पाया। सूखे कासट हरया। जनन पिता लोक सुत बनता, कोय न किसकी धरया। सिर सिर रिजक समाहे ठाकुर, काहे मन भौ करया। हौ आया दूरों चल के, मैं तकी तो शरमाए जियो। मैं आशा रखी चित में, मेरा सबो दुख गवाए जियो। सुका होटल गुर सेविया, आन सुसाज सुभाए। दर्शन परसै गुरु कै, जन्म मरण दुख दर्शन परसै गुरु कै, जन्म मरण दुख जाए। सतनाम श्री वाहिगुरु साहिब जीओ। टोडी महला पंजवा। हर बिसरत सदा कुआरी, ताको धोखा कहाँ व्यापा, जाको ओट तुहारी। राव बिन सिमरन जो जीवन बरना, सर्प जैसे अरजारी। नव खंडन को राज कमावा, अंत चला गोहारी। हर बिसरत सदा खुआरी। वाहिगुरु जी का खालसा, वाहिगुरु जी की फतेह। शाहे शहनशाह गुरता गद्दी ते विराजमान, कोट ब्रह्मंड को ठाकुर स्वामी ऐसे सतगुरु जी। गरीब नवाज गुरु ग्रंथ साहिब पातशाह जियां दी पावन पवित्र हजूरी दा आनंद मान रही गुरु की संगत। सतगुरु जियां ने महान कृपा करके सतसंगत दा ये अमृत वेले सुभागा समा बख्शिया है। आप संगतां गुरु की बाणी पढ़ सुन के मनुखा जन्म के बड़े भारी लाभ प्राप्त कर रहे हो। गुरमुखो ये समा, ये मौका, ये मनुखा जन्म, ये घड़ियां दोबारा नहीं प्राप्त होनियां जिहड़ियां एक वारी बतीत हो गई। विद्वान का बचन है, जिहड़ा पानी एक बारी अगे लंघ गया वो दोबारा वापस नहीं मुड़ेगा। ये जिहड़ा मनुखा जन्म का समा एक बारी लंघ गया, लखां यतन कर लवो, लखां धन खर्च लवो, दोबारा वो समा आएगा नहीं।
ਇਸ ਕਰਕੇ ਇਸ ਮਨੁੱਖਾ ਜਨਮ ਦੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਔਰ ਇਹਨੂੰ ਸਫਲਾ ਬਣਾਉਣਾ ਚਾਹੀਦਾ। ਦੁਨੀਆ ਦੇ ਅਨਮਤਾਂ ਦੇ ਜਿਹੜੇ ਲੋਕ ਸਨ ਉਹਨਾਂ ਨੇ ਆਪਣਾ ਜਨਮ ਰੋਕਣ ਵਾਸਤੇ ਬੜੇ ਯਤਨ ਕੀਤੇ ਵੀ ਇਹ ਜਨਮ ਛੁੱਟੇ ਨਾ, ਅਸੀਂ ਇਸੇ ਸਰੀਰ ਵਿੱਚ ਹੀ ਰਹੀਏ। ਬੜੇ ਬੜੇ ਯਤਨ ਕੀਤੇ, ਭਾਵੇਂ ਲੋਕ ਸਤਯੁਗ ਦੇ ਸਨ ਭਾਵੇਂ ਤ੍ਰੇਤਾ ਯੁੱਗ ਦੇ ਸਨ, ਉਹਨਾਂ ਯੁੱਗਾਂ ਵਿੱਚ ਵੀ ਲੋਕ ਯਤਨ ਕਰਦੇ ਆਏ ਵੀ ਮਨੁੱਖਾ ਸਰੀਰ ਮਿਲਿਆ ਇਹ ਹੁਣ ਜਾਵੇ ਨਾ। ਪਰ ਸਤਿਗੁਰਾਂ ਨੇ ਸਾਨੂੰ ਸਿਧਾਂਤ ਇਹ ਸਮਝਾਇਆ ਹੈ, ਗਿਆਨ ਇਹ ਦਿੱਤਾ ਵੀ ਸਰੀਰ ਤੇ ਨਸ਼ਵਰ ਹੈ, ਇਹਨੇ ਤੇ ਜਾਣਾ ਹੀ ਹੈ। ਪਰ ਤੂੰ ਕੰਮ ਉਹ ਕਰ ਜਿਹਦੇ ਨਾਲ ਇਹ ਤੇਰਾ ਸਰੀਰ ਜਨਮ ਸਫਲਾ ਹੋ ਜਾਵੇ, ਤੈਨੂੰ ਦੁਬਾਰਾ ਆਉਣਾ ਨਾ ਪਵੇ। ਅਨਮਤੀਏ ਇਹ ਗੱਲ ਕਹਿੰਦੇ ਵੀ ਜਨਮ ਮਿਲਿਆ ਤੇ ਮੌਤ ਨਾ ਆਵੇ, ਇਸੇ ਜਨਮ ਦੇ ਵਿੱਚ ਰਹੀਏ। ਪਰ ਗੁਰੂ ਪਾਤਸ਼ਾਹ ਇਹ ਗੱਲ ਦੱਸਦੇ ਨੇ ਵੀ ਜਨਮ ਚਲੇ ਜਾਣਾ ਹੈ, ਕੰਮ ਇਸ ਤਰ੍ਹਾਂ ਦਾ ਕਰ, ਭਗਤੀ ਇੰਨੀ ਕਰ, ਨਾਮ ਇਸ ਤਰ੍ਹਾਂ ਜਪ ਕੇ ਦੁਬਾਰਾ ਜਨਮ ਨਾ ਪ੍ਰਾਪਤ ਹੋਵੇ। ਇਹ ਗੁਰੂ ਦਾ ਸਿਧਾਂਤ ਹੈ, ਇਹ ਗੁਰੂ ਦਾ ਗਿਆਨ ਹੈ। ਵੱਡੇ ਭਾਗ ਨੇ ਜੋ ਸੰਗਤ ਵਿੱਚ ਆ ਕੇ ਪ੍ਰਾਪਤ ਹੋਏ ਆ ਗੁਰੂ ਦਾ ਬਚਨ ਸਰਵਨ ਕਰਨ ਵਾਸਤੇ। ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹਲਾ ਪੰਜਵਾਂ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਨੂੰ ਰਚਨਹਾਰ ਗੁਰੂਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਅੱਜ ਦਾ ਸ੍ਰੀ ਮੁਖਵਾਕ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਜੀਆਂ ਨੇ ਇਹ ਸ਼ਬਦ 711 ਅੰਗ ਤੇ ਸਭ ਤੋਂ ਥੱਲੇ ਇਸ ਸ਼ਬਦ ਨੂੰ ਅੰਕਿਤ ਕੀਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ। ਗੁਰਮੁਖੋ ਇਹ ਟੋਡੀ ਰਾਗ ਜਿਹੜਾ ਹੈ ਸਰਦ ਰੁੱਤ ਦੇ ਵਿੱਚ ਇੱਕ ਪਹਿਰ ਦਿਨ ਚੜ੍ਹਿਆ ਇਸ ਰਾਗ ਨੂੰ ਗਾਇਆ ਜਾਂਦਾ ਹੈ। ਔਰ ਮਹਾਰਾਜ ਜੀਆਂ ਨੇ ਇਸ ਰਾਗ ਨੂੰ ਇਸਤਰੀ ਲਿਖਿਆ। ਜੋ ਦੀਪਕ ਰਾਗ ਹੈ ਨਾ ਉਸ ਦੀ ਘਰਵਾਲੀ ਰਾਗਨੀ ਇਸ ਨੂੰ ਲਿਖਿਆ ਮਹਾਰਾਜ ਨੇ ਗੁਰਬਾਣੀ ਦੇ। ਉਹਨੇ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਈ ਆਲਾਪ ਕਾਮੋਦੀ ਉਹ ਗੂਜਰੀ ਸੰਗ ਦੀਪਕ ਕੇ ਥਾਪ। ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ ਐਸੇ ਰਾਗ ਵਿੱਚ ਮਹਾਰਾਜ ਉਪਦੇਸ਼ ਬਖਸ਼ਦੇ ਹਨ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਹਰ ਤਰ੍ਹਾਂ ਦੇ ਜਿਹੜੇ ਵਿਸਵ ਕਹੀਏ ਵਿਸ਼ੇ ਨੇ, ਹਰੇਕ ਤਰ੍ਹਾਂ ਦੇ ਵਿਸ਼ਿਆਂ ਦੇ ਨਾਲ ਰਤ ਜਿਹਨੇ ਪ੍ਰੀਤੀ ਕੀਤੀ ਹੈ ਤੇ ਉਹਨੂੰ ਫਿਰ ਕਹੀਏ ਖੁਆਰੀ ਪ੍ਰਾਪਤ ਹੁੰਦੀ ਹੈ। ਜਿਹੜਾ ਮਨੁੱਖ ਹਰੇਕ ਤਰ੍ਹਾਂ ਦੇ ਵਿਸ਼ਿਆਂ ਦੇ ਨਾਲ ਵਿਕਾਰਾਂ ਦੇ ਨਾਲ ਪ੍ਰੀਤੀ ਕਰਦਾ ਹੈ, ਜਿਸ ਤਰ੍ਹਾਂ ਕਿ ਮੱਛੀ ਨੂੰ ਖਾਣ ਦਾ ਵਿਸ਼ਾ ਹੈ, ਭੌਰੇ ਨੂੰ ਦੇਖਣ ਦਾ ਵਿਸ਼ਾ ਹੈ, ਹਾਥੀ ਨੂੰ ਵਕਾਰ ਦਾ ਵਿਸ਼ਾ ਹੈ, ਭੌਰੇ ਨੂੰ ਸੁੰਘਣ ਦਾ ਵਿਸ਼ਾ ਹੈ, ਇਸੇ ਤਰ੍ਹਾਂ ਹਿਰਨ ਨੂੰ ਸੁਣਨ ਦਾ ਵਿਸ਼ਾ ਹੈ। 5 ਵਿਸ਼ੇ ਨੇ ਗੁਰਮੁਖੋ, 5 ਵਕਾਰ ਨੇ। ਪਰ ਮਹਾਰਾਜ ਕਹਿਣ ਲੱਗੇ ਉਹ ਜੀਵ ਤੇ ਇੱਕ ਇੱਕ ਵਕਾਰ ਕਰਕੇ ਵੀ ਫਸ ਗਏ, ਮਰ ਗਏ, ਗ੍ਰਿਫਤਾਰ ਹੋ ਗਏ। ਪਰ ਬੰਦਿਆ ਤੇਰੇ ਵਿੱਚ ਪੰਜੇ ਹੀ ਨੇ, ਤੇਰਾ ਕਿਵੇਂ ਭਲਾ ਹੋਵੇਗਾ, ਤੂੰ ਆਪਣੇ ਬਾਰੇ ਸੋਚ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਰ ਤੋਂ ਭਾਵ ਜਿਹੜੇ ਹਰੇਕ ਤਰ੍ਹਾਂ ਦੇ ਵਿਸ ਰਤ ਵਿਸਵ ਤੋਂ ਲੈ ਲੈਣਾ, ਜਿਹੜੇ ਵਕਾਰ ਨੇ ਵਿਸ਼ੇ ਨੇ, ਇਹਨਾਂ ਵਿੱਚ ਰਤ ਪ੍ਰੀਤੀ ਨਾ ਕਰਿਆ ਕਰ। ਰਤ ਨਾਮ ਪ੍ਰੇਮ ਦਾ, ਜਿਹੜਾ ਬੰਦਾ ਹਰੇਕ ਤਰ੍ਹਾਂ ਦੇ ਵਕਾਰ ਦੇ ਨਾਲ ਪ੍ਰੀਤੀ ਕਰਦਾ। ਜੇ ਕੋਈ ਚੁਗਲੀ ਸੁਣਾਉਣ ਵਾਲਾ, ਨਿੰਦਿਆ ਸੁਣਾਉਣ ਵਾਲਾ ਆ ਗਿਆ ਤੇ ਪ੍ਰੀਤੀ ਕੀਤੀ ਵੀ ਹਾਂ ਕੰਨਾਂ ਵਿੱਚ ਬੜੇ ਚੰਗੇ ਭਜਨ ਪੈਂਦੇ ਪਏ, ਸੁਣ ਲਵਾਂ। ਹੋਰ ਘਰ ਦਾ ਕੰਮਕਾਰ ਛੱਡਿਆ, ਬੜੇ ਪ੍ਰੇਮ ਦੇ ਨਾਲ ਗੱਲਾਂ ਚੁਗਲੀ ਦੀਆਂ ਸੁਣਦਾ ਪਿਆ। ਮਹਾਰਾਜ ਕਹਿਣ ਲੱਗੇ ਇਹ ਕੰਮ ਤੈਨੂੰ ਖੁਆਰ ਕਹੀਏ ਦੁਖੀ ਕਰੇਗਾ। ਅੱਖਾਂ ਦੇ ਨਾਲ ਕਿਸੇ ਨੂੰ ਤੱਕਦਾ ਪਿਆ, ਆਪਣਾ ਕੰਮ ਛੱਡ ਦਿੱਤਾ, ਕਹਿਣ ਲੱਗਾ ਵੀ ਹੋਰ ਵੇਖ ਲਵਾਂ।
ਵੇਖੀ ਜਾਂਦਾ। ਮਹਾਰਾਜ ਕਹਿਣ ਲੈ ਅੱਖਾਂ ਨਾਲ ਵੇਖਣ ਦਾ ਵਿਸ਼ਾ ਇਹ ਤੈਨੂੰ ਦੁਖੀ ਕਰੇਗਾ, ਇਹ ਵਿਕਾਰ ਤੈਨੂੰ ਦੁੱਖ ਦੇਵੇਗਾ। ਆਪਣੀ ਘਰਾਨ ਨਾਸਕਾ, ਘਰਾਨ ਇੰਦਰੇ ਦੇ ਨਾਲ, ਨਾਸਕਾ ਦੇ ਨਾਲ ਸੋਹਣੀਆਂ ਸੋਹਣੀਆਂ ਸੁਗੰਧੀਆਂ ਸੁੰਘਦਾ, ਉੱਥੇ ਹੀ ਰੁਕ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਘਰਾਨ ਇੰਦਰਾ ਜਿਹੜਾ ਹੈ, ਘਰਾਨ ਇੰਦਰਾ ਇਹ ਤੈਨੂੰ ਦੁੱਖ ਦੇਵੇਗਾ, ਆਉਣ ਵਾਲੇ ਸਮੇਂ ਵਿੱਚ ਤੈਨੂੰ ਖੁਆਰ ਹੋਣਾ ਪਵੇਗਾ। ਹਾਥੀ ਦੇ ਵਾਂਗ ਸਪਰਸ਼ ਕਰਨਾ ਚਾਹੁੰਦਾ, ਵਕਾਰ ਭੋਗਣਾ ਚਾਹੁੰਦਾ, ਹਾਥੀ ਟੋਏ 'ਚ ਡਿੱਗਿਆ ਤੇ ਗੁਲਾਮ ਹੋ ਗਿਆ। ਪਾਤਸ਼ਾਹ ਕਹਿਣ ਲੱਗੇ ਤੂੰ ਵਕਾਰਾਂ ਦੇ ਟੋਏ 'ਚ ਡਿੱਗੇਗਾ, ਸਦਾ ਵਾਸਤੇ ਜਿਹੜੇ ਜਮਦੂਤ ਨੇ ਉਹਨਾਂ ਦਾ ਗੁਲਾਮ ਹੋ ਜਾਏਗਾ। ਗੁਰਮੁਖੋ ਇਹ 5 ਵਿਸ਼ੇ ਨੇ। ਮਹਾਰਾਜ ਕਹਿਣ ਲੱਗੇ ਇਹਨਾਂ ਵਿੱਚ ਰਤ ਪ੍ਰੀਤੀ ਕਰੇਗਾ, ਸਦਾ ਖੁਆਰੀ, ਸਦਾ ਵਾਸਤੇ ਖੱਜਲ ਖੁਆਰੀ ਹੋਣਾ ਪਵੇਗਾ, ਖਰਾਬ ਹੋਣਾ ਪਵੇਗਾ, ਦੁਖੀ ਹੋਣਾ ਪਵੇਗਾ, ਬਿਪਤਾ ਵਿੱਚ ਪੈਣਾ ਪਵੇਗਾ। ਇਸ ਕਰਕੇ ਇਹਨਾਂ ਵਕਾਰਾਂ ਦੇ ਨਾਲ ਰਤ ਕਹੀਏ ਪ੍ਰੀਤੀ ਨਾ ਕਰਿਆ ਕਰ। ਜੇ ਕੋਈ ਨਿੰਦਿਆ ਦਾ ਬਚਨ ਸੁਣਾਉਂਦਾ ਤੇ ਉਹਨੂੰ ਕਹਿ ਭਾਈ ਵੀ ਮੈਨੂੰ ਤੇ ਕੰਮ ਹੈ, ਮੈਂ ਤੇ ਚੱਲਿਆ, ਤੂੰ ਕਿਸੇ ਹੋਰ ਨੂੰ ਸੁਣਾ ਦੇ, ਉਹਦੇ ਕੋਲੋਂ ਆਪਣਾ ਖਹਿੜਾ ਛਡਵਾ ਲਾ। ਇਸੇ ਤਰ੍ਹਾਂ ਜੇ ਤੇਰੀ ਜ਼ੁਬਾਨ ਕੋਈ ਨਿੰਦਿਆ ਦਾ ਬਚਨ ਬੋਲਦੀ ਹੈ ਤੇ ਇਸ ਜ਼ੁਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦੇ, ਨਿੰਦਿਆ ਚੋਲੀ ਦਾ ਬਚਨ ਆਪੇ ਹੀ ਛੁੱਟ ਜਾਏਗਾ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਜੇ ਕੋਈ ਵਕਾਰ ਵਾਲੀ ਗੱਲ ਚੇਤੇ ਆ ਗਈ ਹੈ, ਉੱਥੇ ਵੀ ਰੱਬ ਨੂੰ ਚੇਤੇ ਕਰ, ਪ੍ਰਮਾਤਮਾ ਨੂੰ ਚੇਤੇ ਕਰੇਗਾ, ਉਹ ਵਕਾਰ ਵਾਲੀ ਬਿਰਤੀ ਦੂਰ ਹੋ ਜਾਏਗੀ, ਦੌੜ ਜਾਏਗੀ। ਇਹਨਾਂ ਵਕਾਰਾਂ ਦੇ ਨਾਲ ਪ੍ਰੀਤੀ ਨਾ ਕਰਿਆ ਕਰ, ਇਹ ਵਕਾਰ ਤੈਨੂੰ ਫੜ ਲੈਣ ਵਾਲੇ ਨੇ, ਇਹੋ ਜਿਹਾ ਪਕੜਨਗੇ ਵੀ ਸੰਸਾਰ ਚੋਂ ਬਾਹਰ ਨਹੀਂ ਨਿਕਲਣ ਦੇਣਗੇ, ਤੈਨੂੰ ਵਾਰ-ਵਾਰ ਇੱਥੇ ਹੀ ਲੈ ਕੇ ਆਉਣਗੇ। ਹਾਥੀ ਗੁਰਮੁਖੋ ਬੜੇ ਬਲ ਵਾਲਾ ਹੈ, ਬੜੇ ਜ਼ੋਰ ਵਾਲਾ, ਪਰ ਹਾਥੀ ਦੇ ਪੈਰ ਨੂੰ ਵੀ ਸੰਗਲ ਪਾ ਕੇ ਬੰਨਣ ਵਾਲੇ ਬੰਨ ਲੈਂਦੇ, ਹਾਥੀ ਸੰਗਲ ਤੋਂ ਦੂਰ ਨਹੀਂ ਜਾ ਸਕਦਾ। ਭਾਵੇਂ ਕਿ ਸਾਡਾ ਸਰੀਰ ਔਰ ਸਾਡਾ ਮਨ ਬੜੇ ਬਲ ਵਾਲਾ ਹਾਥੀ ਦੇ ਵਾਂਗ, ਪਰ ਗੁਰਮੁਖੋ ਇਹ ਜਿਹੜੇ ਵਿਸ਼ੇ ਨੇ ਨਾ, ਵੱਡਾ ਸੰਗਲ ਹੈ, ਜਦੋਂ ਪੈ ਗਿਆ ਨਾ ਇਹ ਸੰਗਲ ਇੱਕ ਵਾਰੀ, ਸੰਸਾਰ ਤੋਂ ਬਾਹਰ ਨਹੀਂ ਜਾ ਸਕਾਂਗੇ, ਇੱਥੇ ਹੀ ਜਨਮ ਲੈ ਕੇ ਵਾਰ-ਵਾਰ ਤੁਰੇ ਆਵਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਵਿਸ਼ੇ ਵਿਕਾਰਾਂ ਦੇ ਨਾਲ ਰਤ ਪ੍ਰੀਤੀ ਕਰਦੇ ਨੇ ਉਹ ਹਮੇਸ਼ਾ ਖੱਜਲ ਖੁਆਰ ਹੁੰਦੇ, ਖਰਾਬ ਹੁੰਦੇ, ਦੁਖੀ ਹੁੰਦੇ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਦੂਜਾ ਅਰਥ ਇਸ ਤਰ੍ਹਾਂ ਵੀ ਕਰ ਲੈਂਦੇ ਕਿ ਹਰੀ ਜੋ ਪਰਮਾਤਮਾ ਹੈ ਉਹਨੂੰ ਜਿਨ੍ਹਾਂ ਨੇ ਬਿਸਰਤ ਕਹੀਏ ਭੁਲਾ ਦਿੱਤਾ ਹੈ। ਰੱਬ ਨੂੰ ਭੁਲਾਉਣ ਵਾਲੇ ਕਦੇ ਸੁਖੀ ਨਹੀਂ ਹੋਣਗੇ। ਕੀ ਹੋਵੇਗਾ? ਸਦਾ ਖੁਆਰੀ, ਸਦਾ ਵਾਸਤੇ ਖੁਆਰ ਹੁੰਦੇ ਰਹਿਣਗੇ, ਦੁਖੀ ਹੁੰਦੇ ਰਹਿਣਗੇ। ਕਈ ਵਾਰੀ ਅਸੀਂ ਸੋਚਦੇ ਹਾਂ ਵੀ ਮੈਂ ਰੱਬ ਨੂੰ ਭੁਲਾ ਦਿੱਤਾ, ਰੱਬ ਨੂੰ ਘਾਟਾ ਪੈ ਗਿਆ ਹੋਵੇਗਾ। ਰੱਬ ਨੂੰ ਕੋਈ ਘਾਟਾ ਨਹੀਂ ਹੈ, ਤੂੰ ਜਪ ਤੇ ਭਾਵੇਂ ਨਾ ਜਾ। ਜੇ ਘਾਟਾ ਪੈ ਗਿਆ, ਨੁਕਸਾਨ ਹੋਇਆ ਤੇ ਤੇਰਾ ਹੋਇਆ, ਜੇ ਸਮਾਂ ਬਤੀਤ ਹੋਇਆ ਤੇ ਤੇਰਾ ਹੋ ਗਿਆ, ਕਿਉਂਕਿ ਤੇਰਾ ਸਮਾਂ ਸੀਮਤ ਹੈ, ਰੱਬ ਦਾ ਸਮਾਂ ਸੀਮਤ ਨਹੀਂ ਹੈ, ਉਹ ਤੇ ਸਮੇਂ ਤੋਂ ਬਾਹਰ ਹੈ, ਪਰ ਤੇਰਾ ਸਮਾਂ ਸੀਮਤ ਹੈ, ਦੁਬਾਰਾ ਨਹੀਂ ਆਵੇਗਾ। ਹਰ ਬਿਸਰਤ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਬਿਸਰਤ ਕਹੀਏ ਭੁਲਾਇਆ ਹੋਇਆ ਹੈ, ਸਦਾ ਖੁਆਰੀ, ਉਹ ਸਦਾ ਹੀ ਦੁਖੀ ਹੁੰਦਾ ਹੈ। ਐਸੀ ਉਹਨਾਂ ਦੀ ਹਾਲਤ ਹੁੰਦੀ ਹੈ, ਉਹ ਕਦੇ ਵੀ ਸੁਖੀ ਨਹੀਂ ਹੁੰਦੇ। ਰੱਬ ਨੂੰ ਭੁਲਾਉਣ ਵਾਲੇ ਐਸਾ ਦੁੱਖ ਮਿਲਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਐ ਅਕਾਲ ਪੁਰਖ ਜਿਨ੍ਹਾਂ ਨੂੰ ਤੇਰੀ ਓਟ ਹੈ। ਕੁਝ ਐਸੇ ਭਗਤ ਨੇ ਗੁਰਮੁਖ, ਕੋਈ ਸਾਧੂ ਜਿਨ੍ਹਾਂ ਨੂੰ ਤੇਰੀ ਓਟ ਹੈ, ਜਿਨ੍ਹਾਂ ਨੇ ਤੇਰਾ ਆਸਰਾ ਲਿਆ ਵੀ ਗੁਰੂ ਬਿਨਾ ਮੇਰਾ ਆਸਰਾ ਕੋਈ ਨਹੀਂ। ਗਇਓ ਤੁਹਾਰੋ ਦੁਆਰ, ਜਿਹੜੇ ਕਹਿੰਦੇ ਵੀ ਮੈਂ ਤੇਰੇ ਦਰਵਾਜ਼ੇ ਨੂੰ ਪਕੜ ਲਿਆ ਕਿ ਹੁਣ ਮੈਂ ਛੱਡਾਂਗਾ ਨਹੀਂ। ਕਿਉਂ ਨਹੀਂ ਛੱਡਾਂਗਾ? ਕਿਉਂਕਿ ਤੇਰੇ ਬਿਨਾ ਮੇਰਾ ਆਸਰਾ ਹੀ ਕੋਈ ਨਹੀਂ। ਜਿਹੜੇ ਇਸ ਤਰ੍ਹਾਂ ਬੇਨਤੀ ਕਰਦੇ, ਜਾ ਕੋ ਓਟ ਤੁਹਾਰੀ, ਜਿਨ੍ਹਾਂ ਨੂੰ ਤੁਹਾਡੀ ਓਟ ਕਹੀਏ ਆਸਰਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਤਾਂ ਕੋ ਧੋਖਾ ਕਹਾਂ ਵਿਆਪੈ, ਉਹਨਾਂ ਨੂੰ ਧੋਖਾ ਫਿਰ ਵਿਆਪਦਾ ਨਹੀਂ, ਧੋਖਾ ਕੋਈ ਦੇ ਹੀ ਨਹੀਂ ਸਕਦਾ ਹੈ। ਬਚਨ ਆ ਗਿਆ ਮਹਾਰਾਜ ਜੀਆਂ ਦਾ, ਨਾ ਹੋਏ ਮਰਹਿ ਨਾ ਠਾਗੇ, ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ। ਉਹਨਾਂ ਨੂੰ ਧੋਖਾ ਕੋਈ ਨਹੀਂ ਦੇ ਸਕਦਾ।
ਗੁਰਮੁਖੋ ਰੱਬ ਨਾ ਕਰੇ ਕੋਈ ਸਾਡੇ ਗਲ ਵਿੱਚ ਕੋਈ ਪੈ ਜਾਵੇ ਨਾ, ਕੋਈ ਚੱਕਰ ਹੋ ਜਾ ਪੁਲਿਸ ਦਾ, ਤੇ ਸਾਡੇ 2-4 ਮੈਂਬਰ ਫੜੇ ਜਾਣ ਤੇ ਉਹਨਾਂ ਕੱਲੇ ਨੂੰ ਵੱਖੋ ਵੱਖਰਾ ਪੁੱਛ ਕੇ ਤੇ ਫਿਰ ਬਿਆਨ ਬਦਲਿਆ ਜਾਂਦਾ ਵੀ ਤੇਰੇ ਨਾਲ ਦਾ ਮੰਨ ਗਿਆ, ਤੂੰ ਵੀ ਮੰਨ ਜਾ। ਧੋਖਾ ਦੇਣ ਵਾਲੀ ਗੱਲ ਹੈ ਨਾ, ਵੀ ਇਹਨੂੰ ਕਹੋ ਵੀ ਤੇਰੇ ਨਾਲ ਦਾ ਮੰਨ ਗਿਆ, ਤੂੰ ਵੀ ਮੰਨ ਜਾ। ਇਸੇ ਤਰ੍ਹਾਂ ਜਦੋਂ ਭਾਈ ਸ਼ੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਫੜਿਆ ਨਾ, ਸਮੇਂ ਦੀ ਹਕੂਮਤ ਨੇ ਲਾਹੌਰ ਦੇ ਵਿੱਚੋਂ ਹੁਕਮ ਆ ਗਿਆ ਜ਼ਕਰੀਆ ਖਾਨ ਵਰਗਿਆਂ ਦਾ, ਮੀਰ ਮੰਨੂ ਵਰਗਿਆਂ ਦਾ, ਵੀ ਗ੍ਰਿਫਤਾਰ ਕਰੋ ਦੋਨਾਂ ਸਿੱਖਾਂ ਨੂੰ। ਭਾਈ ਸ਼ਾਹਬਾਜ਼ ਸਿੰਘ ਨੂੰ ਵੱਖਰਾ ਕੈਦਖਾਨੇ ਵਿੱਚ ਕੈਦ ਕੀਤਾ, ਭਾਈ ਸ਼ੁਬੇਗ ਸਿੰਘ ਨੂੰ ਵੱਖਰਾ ਕੀਤਾ। ਦੋਨਾਂ ਨੂੰ ਲਾਲਚ ਵੀ ਦਿੱਤੇ ਗਏ, ਦੋਨਾਂ ਨੂੰ ਡਰਾਵੇ ਵੀ ਦਿੱਤੇ ਗਏ। ਤੇ ਕਹਿਣ ਲੱਗੇ ਉਸ ਵੇਲੇ ਫਿਰ ਸਿਪਾਹੀਆਂ ਨੇ ਆ ਕੇ ਕਾਜੀ ਦੇ ਸਮੇਤ ਭਾਈ ਸ਼ੁਬੇਗ ਸਿੰਘ ਨੂੰ ਆਖਿਆ ਵੀ ਤੇਰਾ ਪੁੱਤਰ ਮੰਨ ਗਿਆ ਮੁਸਲਮਾਨ ਬਣਨ ਵਾਸਤੇ, ਧੋਖਾ ਦੇਣਾ ਚਾਹੁੰਦੇ ਵੀ ਜੇ ਮੈਂ ਇਹ ਗੱਲ ਕਹਿ ਦਿਆਂ ਵੀ ਤੇਰਾ ਪੁੱਤਰ ਮੰਨ ਗਿਆ ਤੇ ਇਹ ਵੀ ਮੰਨ ਜਾਏਗਾ। ਤੇਰਾ ਪੁੱਤਰ ਮੰਨ ਗਿਆ ਮੁਸਲਮਾਨ ਹੋਣ ਵਾਸਤੇ, ਉਹਨੂੰ ਅਸੀਂ ਮੁਸਲਮਾਨ ਬਣਾ ਲੈਣਾ, ਤੂੰ ਵੀ ਮੁਸਲਮਾਨ ਬਣ ਜਾ। ਮਹਾਰਾਜ ਕਹਿਣ ਲੱਗੇ ਤਾਕੋ ਧੋਖਾ ਕਹਾਂ ਵਿਆਪੈ, ਜਿਨ੍ਹਾਂ ਨੂੰ ਓਟ ਤੇਰੀ ਹੈ ਉਹਨਾਂ ਨੂੰ ਧੋਖਾ ਕੋਈ ਨਹੀਂ ਦੇ ਸਕਦਾ। ਭਾਈ ਸ਼ੁਬੇਗ ਸਿੰਘ ਕਹਿਣ ਲੱਗੇ ਵੀ ਮੈਂ ਗੱਲ ਤਾਂ ਮੰਨਾਂਗਾ, ਮੇਰੇ ਪੁੱਤਰ ਨੂੰ ਮੇਰੇ ਸਾਹਮਣੇ ਲੈ ਕੇ ਆਓ ਤੇ ਮੇਰੇ ਸਾਹਮਣੇ ਉਹ ਗੱਲ ਕਵੇ ਕਿ ਮੈਂ ਮੁਸਲਮਾਨ ਹੋਣ ਵਾਸਤੇ ਤਿਆਰ ਹਾਂ। ਜੇ ਪੁੱਤਰ ਮੇਰਾ ਮੇਰੇ ਸਾਹਮਣੇ ਗੱਲ ਕਵੇਗਾ ਤੇ ਮੈਂ ਵੀ ਤੁਹਾਡਾ ਵਚਨ ਮੰਨ ਲਾਂ। ਸਿਪਾਹੀਆਂ ਨੇ ਉਸੇ ਵੇਲੇ ਭਾਈ ਸ਼ਾਹਬਾਜ਼ ਸਿੰਘ ਨੂੰ ਕੱਢਿਆ ਕੋਠੜੀ ਦੇ ਵਿੱਚੋਂ ਬਾਹਰ ਤੇ ਉੱਥੇ ਲੈ ਕੇ ਆਏ ਜਿੱਥੇ ਭਾਈ ਸ਼ੁਬੇਗ ਸਿੰਘ ਖਲੋਤੇ ਹੋਏ ਤੇ ਬੜੇ ਬੜੇ ਵਜ਼ੀਰ ਸਰਕਾਰੀ ਮੁਲਾਜ਼ਮ ਖੜੇ ਹੋਏ ਵੀ ਹੁਣ ਦੋਨੇ ਪਿਓ ਪੁੱਤਰ ਇਸਲਾਮ ਨੂੰ ਕਬੂਲ ਕਰ ਲੈਣਗੇ। ਤੇ ਕਹਿਣ ਲੱਗੇ ਭਾਈ ਸ਼ੁਬੇਗ ਸਿੰਘ ਜੀ ਬੜੇ ਸਿਮਰਨ ਵਾਲੇ, ਬੜੀ ਬੰਦਗੀ ਵਾਲੇ, ਬੜੀ ਕਿਰਪਾ ਵਾਲੇ, ਗੁਰੂ ਦੀ ਬਖਸ਼ਿਸ਼ ਲੈਣ ਵਾਲੇ। ਜਦੋਂ ਵੇਖਿਆ ਨਾ ਆਪਣੇ ਪੁੱਤਰ ਦੇ ਚਿਹਰੇ ਵੱਲ ਤੇ ਵਿਦਵਾਨ ਕਹਿੰਦੇ ਵੀ ਉਹਨਾਂ ਨੇ ਇਹ ਗੱਲ ਪੜ੍ਹ ਲਈ ਵੀ ਮੇਰੇ ਪੁੱਤਰ ਦੇ ਮੱਥੇ ਵਿੱਚ ਇੱਕ ਭਾਗ, ਇੱਕ ਕਰਮ ਇਹੋ ਜਿਹਾ ਵੀ ਉਸ ਕਰਮ ਦੇ ਕਰਕੇ ਇਹ ਆਪਣੇ ਧਰਮ ਤੋਂ ਡੋਲ ਸਕਦਾ। ਹੁਣ ਉਹ ਕਰਮ ਮਿਟਿਆ ਜਾਵੇ, ਕਰਮ ਰਵੇ ਨਾ ਤੇ ਧਰਮ ਤੋਂ ਡੋਲੇ ਨਾ। ਪਰ ਗੁਰਮੁਖੋ ਕਰਮ ਬਦਲਣ ਵਾਸਤੇ ਕਿਸੇ ਸਾਧੂ ਦੇ ਚਰਨਾਂ ਦੀ ਧੂੜੀ ਦੀ ਲੋੜ ਹੈ। ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ, ਸੰਤਨ ਦੇ ਸਾਧੂ ਦੇ ਚਰਨਾਂ ਦੀ ਧੂੜੀ ਮਿਲੇ ਤੇ ਇਹਦਾ ਮੈਂ ਮਾੜਾ ਲੇਖ ਮੇਟਦਿਆਂ। ਪਰ ਉੱਥੇ ਤੇ ਗੁਰਮੁਖੋ ਸਾਰੇ ਜ਼ਾਲਮ ਇਕੱਠੇ ਹੋਏ ਨਾ, ਸਾਰੇ ਜ਼ੁਲਮ ਕਰਨ ਵਾਲੇ ਪਾਪੀ ਆਤਮਾਵਾਂ ਖੜੀਆਂ ਹੋਈਆਂ, ਸਾਧੂ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਮਨੋ ਮਨ ਅਰਦਾਸ ਕਰਕੇ ਨਾ ਭਾਈ ਸ਼ੁਬੇਗ ਸਿੰਘ ਨੇ ਕਿ ਮਹਾਰਾਜ ਇਸ ਵੇਲੇ ਇੱਕ ਮੈਂ ਹੀ ਤੇਰਾ ਸਿੱਖ ਇੱਥੇ ਖੜਾ ਹੋਇਆ, ਬਾਕੀ ਤੇ ਸਾਰੀ ਜ਼ਾਲਮ ਪਾਰਟੀ ਖੜੀ ਹੈ। ਆਪ ਜੀ ਦੇ ਮਹਾਵਾਕ ਨੇ ਵੀ ਚਰਨਾਂ ਦੀ ਧੂੜੀ ਮਸਤਕ ਦੇ ਕਰਮ ਮੇਟ ਦਿੰਦੀ ਹੈ। ਮਹਾਰਾਜ ਆਪ ਕਿਰਪਾ ਕਰੋ, ਆਪਣੇ ਸਿੱਖ ਦੇ ਚਰਨਾਂ ਦੀ ਧੂੜੀ ਨੂੰ ਇਹੋ ਜਿਹਾ ਬਲ ਬਖਸ਼ੋ ਵੀ ਇਹ ਲੇਖ ਕਰਮ ਮਿਟ ਜਾਵੇ। ਐਸੀ ਅਰਦਾਸ ਕਰਕੇ ਨਾ ਭਾਵਨਾ ਦੇ ਨਾਲ, ਤੇ ਜਿੱਥੇ ਆਪ ਖਲੋਤੇ ਸਨ ਆਪਣੇ ਪੈਰਾਂ ਦੇ ਥੱਲਿਓਂ ਮਿੱਟੀ ਦੀ ਭਰ ਕੇ ਇੱਕ ਚੁੰਡੀ ਤੇ ਪੁੱਤ ਦੇ ਮਸਤਕ ਤੇ ਮਲ ਦਿੱਤੀ ਮੱਥੇ ਦੇ ਉੱਪਰ। ਤੇ ਉਹ ਜਿਹੜਾ ਮਾੜਾ ਲੇਖ ਸੀ ਨਾ ਅੱਗੇ ਆਉਣ ਵਾਲਾ, ਜਿਹਦੇ ਵਿੱਚ ਲਿਖਿਆ ਸੀ ਵੀ ਇਹ ਧਰਮ ਦੇ ਵਿੱਚ ਡੋਲ ਸਕਦਾ ਜਾਂ ਧਰਮ ਬਦਲ ਸਕਦਾ, ਭਾਈ ਸ਼ੁਬੇਗ ਸਿੰਘ ਜੀਆਂ ਨੇ ਉਹ ਕਰਮ ਹੀ ਮੇਟ ਦਿੱਤਾ। ਚਰਨਾਂ ਦੀ ਧੂੜੀ ਦੇ ਨਾਲ ਕਰਮ ਮਿਟ ਗਿਆ। ਜਦੋਂ ਕਰਮ ਮਿਟਿਆ ਤੇ ਭਾਈ ਸ਼ੁਬੇਗ ਸਿੰਘ ਨੇ ਫਿਰ ਆਖਿਆ, ਕਹਿਣ ਲੱਗਾ ਲਿਓ ਮੇਰੇ ਪੁੱਤਰ ਨੂੰ ਪੁੱਛੋ ਮੇਰੇ ਸਾਹਮਣੇ ਕਿ ਇਹ ਧਰਮ ਬਦਲਣ ਨੂੰ ਤਿਆਰ ਹੈ। ਜੇ ਇਹ ਮੰਨ ਗਿਆ ਤੇ ਮੈਂ ਵੀ ਇਹਦੇ ਨਾਲ ਹੀ ਆਪਣੀ ਸਹਿਮਤੀ ਦੇਵਾਂਗਾ। ਤੇ ਸਿਪਾਹੀਆਂ ਨੇ ਪਹਿਲਾਂ ਵਾਂਗ ਫਿਰ ਪੁੱਛਿਆ, ਕਹਿਣ ਲੱਗੇ ਜਿਵੇਂ ਅਕਾਲ ਕੋਠੜੀ ਵਿੱਚ ਕਹਿੰਦਾ ਸੀ ਨਾ ਵੀ ਧਰਮ ਬਦਲਣ ਨੂੰ ਤਿਆਰ ਆ, ਹੁਣ ਵੀ ਕਹਿ ਆਪਣੇ ਬਾਪੂ ਦੇ ਸਾਹਮਣੇ ਇਹ ਗੱਲ ਮੰਨ ਲਾ ਜਿਵੇਂ ਉੱਥੇ ਮੰਨੀ ਹੈ। ਤੇ ਭਾਈ ਸ਼ਾਹਬਾਜ਼ ਸਿੰਘ ਨੇ ਆਖਿਆ, ਕਹਿਣ ਲੱਗੇ ਨਹੀਂ, ਉਹ ਤੇ ਹੋ ਸਕਦਾ ਮੇਰਾ ਕੋਈ ਮਾੜਾ ਕਰਮ ਹੋਵੇ ਤੇ ਮੇਰੇ ਮੂੰਹ ਇਹੋ ਜੀ ਗੱਲ ਨਿਕਲ ਗਈ ਹੋਵੇ। ਹੁਣ ਤੇ ਭਾਵੇਂ ਮੇਰਾ ਤੁੰਬਾ ਉਡਾ ਦਿਓ ਚਰਖੜੀ ਤੇ ਚਾੜ ਕੇ, ਮੈਂ ਧਰਮ ਨਹੀਂ ਬਦਲਾਂਗਾ, ਧਰਮ ਦੇ ਸਮੇਤ ਹੀ ਸੰਸਾਰ ਤੋਂ ਕੂਚ ਕਰਾਂਗਾ। ਤੇ ਗੁਰਮੁਖੋ ਦੋਨਾਂ ਪਿਓ ਪੁੱਤਰਾਂ ਨੂੰ ਫਿਰ ਚਰਖੜੀ ਤੇ ਚਾੜਿਆ ਗਿਆ। ਚਰਖੜੀ ਤੇ ਚਾੜ ਕੇ ਫਿਰ ਉਤਾਰ ਲੈਂਦੇ।
ਜ਼ਖਮੀ ਹੋਇਆਂ ਨੂੰ ਬਿਠਾਇਆ ਜਾਂਦਾ, ਤੜਫਾਇਆ ਜਾਂਦਾ, ਫਿਰ ਚਰਖੜੀ ਤੇ ਚਾੜਿਆ ਜਾਂਦਾ, ਫਿਰ ਉਤਾਰਿਆ ਜਾਂਦਾ। ਇਸ ਤਰ੍ਹਾਂ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਪਰ ਧਰਮ ਤੋਂ ਨਹੀਂ ਡੋਲੇ। ਮਹਾਰਾਜ ਕਹਿਣ ਲੱਗੇ ਤਾਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਦੁਨੀਆ ਦੇ ਲੋਕਾਂ ਨੂੰ ਧੋਖਾ ਦਿੱਤਾ ਜਾ ਸਕਦਾ ਹੈ, ਦੁਨੀਆ ਦੇ ਲੋਕਾਂ ਨੂੰ ਧੋਖੇ ਵਿੱਚ ਲਿਆਂਦਾ ਜਾ ਸਕਦਾ ਹੈ, ਪਰ ਜਿਨ੍ਹਾਂ ਨੂੰ ਧੰਨ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁਹਾਡੀ ਓਟ ਮਿਲ ਜਾਵੇ, ਤੁਹਾਡਾ ਆਸਰਾ ਮਿਲ ਜਾਵੇ, ਜਿਨ੍ਹਾਂ ਨੂੰ ਆਸਰਾ ਮਿਲ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ, ਫਿਰ ਤਾਕੋ ਧੋਖਾ ਕਹਾਂ ਵਿਆਪੈ। ਉਹਨਾਂ ਨੂੰ ਧੋਖਾ ਨਹੀਂ ਵਿਆਪ ਸਕਦਾ, ਧੋਖਾ ਕੋਈ ਦੇ ਹੀ ਨਹੀਂ ਸਕਦਾ। ਸਮੇਂ ਦੀ ਹਕੂਮਤ ਜ਼ੋਰ ਲਾ ਕੇ ਹਟ ਗਈ, ਪਰ ਉਹ ਮੰਨਿਆ ਨਹੀਂ। ਭਾਈ ਸ਼ਬੇਗ ਸਿੰਘ ਦਾ ਪੁੱਤਰ ਕੁਰਬਾਨੀ ਕਰ ਗਿਆ, ਪਰ ਧਰਮ ਨੂੰ ਨਹੀਂ ਛੱਡ ਸਕਿਆ। ਆਏ ਤੇ ਧੋਖਾ ਦੇਣ ਸਿੱਖ ਨੂੰ ਸੀ, ਪਰ ਗੁਰੂ ਦੇ ਸਿੱਖ ਨੇ ਸਗੋਂ ਉਹਨਾਂ ਨੂੰ ਧੋਖਾ ਦੇ ਦਿੱਤਾ। ਨਾਮ ਜਪਣ ਵਾਲਿਆਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਨਾਮ ਜਪਣ ਵਾਲੇ ਸਗੋਂ ਇਹੋ ਜਿਹਾ ਮਨਮੁਖਾਂ ਨੂੰ ਧੋਖਾ ਦੇ ਜਾਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਬਿਨ ਸਿਮਰਨ ਜੋ ਜੀਵਨ ਬਲਾ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਸਿਮਰਨ ਤੋਂ ਬਿਨਾ ਜਿਵੇਂ ਜੀਵਨ ਜਿਉਣਾ ਹੈ, ਸਿਮਰਨ ਤੋਂ ਬਿਨਾ ਸਿਮਰਨ ਨਹੀਂ ਕੀਤਾ। ਗੁਰਮੁਖੋ ਸਿਮਰਨ ਤੋਂ ਭਾਵ ਹੈ ਯਾਦ ਕਰਨਾ, ਰੱਬ ਨੂੰ ਯਾਦ ਨਹੀਂ ਕੀਤਾ, ਜੀਵਨ ਬਲਣਾ ਤੇ ਜੀਵਨ ਨੂੰ ਜਿਉਂ ਹੀ ਜਾ ਰਿਹਾ ਹੈ। ਉਮਰਾਂ ਬਤੀਤ ਕੀਤੀ ਜਾ ਰਿਹਾ, ਅੱਜ ਵੀ ਲੰਘ ਗਿਆ, ਕੱਲ ਵੀ ਲੰਘ ਗਿਆ, ਪਰਸੋਂ ਵੀ ਆ ਜਾਣਾ। ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਰੱਬ ਨੂੰ ਯਾਦ ਨਹੀਂ ਕਰਦਾ, ਪਰ ਜੀਵਨ ਜਿਹੜਾ ਹੈ ਉਹਨੂੰ ਜੀਂਦਾ ਪਿਆ ਹੈ, ਜਿਉਂ ਹੀ ਜਾ ਰਿਹਾ ਹੈ। ਤੇ ਪਾਤਸ਼ਾਹ ਕਹਿੰਦੇ ਹਨ ਉਸ ਦੀ ਉਮਰਾ ਜਿਹੜੀ ਹੈ ਨਾ, ਉਹ ਅਜਗਰ ਸੱਪ ਦੇ ਵਾਂਗ ਹੈ। ਜਿਵੇਂ ਅਜਗਰ ਸੱਪ ਦੀ ਉਮਰਾ ਹੀ ਉਹਦੀ ਵੈਰੀ ਹੁੰਦੀ ਹੈ, ਕਿਉਂਕਿ ਜਿਹੜਾ ਅਜਗਰ ਸੱਪ ਹੈ ਨਾ, ਇਹਦੀ ਉਮਰਾ ਬੜੀ ਲੰਮੀ ਮੰਨੀ ਹੈ ਗ੍ਰੰਥਕਾਰਾਂ ਨੇ ਵੀ ਅਜਗਰ ਸੱਪ ਲੰਮੀ ਉਮਰਾ ਦਾ ਮਾਲਕ ਹੈ। ਪਰ ਗੁਰਮੁਖੋ ਕੀ ਕਰਨਾ ਇਹੋ ਜਿਹੀ ਲੰਬੀ ਉਮਰਾਂ ਨੂੰ? ਸਾਰੀ ਉਮਰ ਢਿੱਡ ਦੇ ਪਰਨੇ ਲਿਟਣਾ ਹੀ ਹੈ, ਧਰਤੀ ਦੇ ਉੱਪਰ ਰੀਂਗ ਰੀਂਗ ਕੇ ਤੁਰਨਾ, ਤੇ ਕਈ ਮਹੀਨੇ ਭੁੱਖਾ ਰਹਿਣਾ, ਕਿਉਂਕਿ ਭੱਜ ਕੇ ਤੇ ਸ਼ਿਕਾਰ ਕਰ ਨਹੀਂ ਸਕਦਾ। ਬੈਠਿਆ ਹੀ ਜੇ ਕੋਈ ਕੁੰਡਲੀ ਦੇ ਵਿੱਚ ਆ ਕੇ ਫਸ ਗਿਆ ਤੇ ਉਹਨੂੰ ਹੀ ਖਾਣਾ, ਤੇ ਕੀ ਪਤਾ ਕਦੋਂ ਕੋਈ ਜਾਲ ਵਿੱਚ ਕੁੰਡਲ ਵਿੱਚ ਫਸੇਗਾ ਤੇ ਕਦੋਂ ਖਾਏਗਾ। ਕਈ ਮਹੀਨੇ ਭੁੱਖੇ ਬੈਠਿਆਂ ਹੀ ਲੰਘ ਜਾਂਦਾ। ਮਹਾਰਾਜ ਕਹਿਣ ਲੱਗੇ ਅਜਗਰ ਸੱਪ ਦੀ ਉਮਰਾ ਹੀ ਉਹਦੀ ਵੈਰੀ ਹੈ, ਉਹ ਤੜਫਦਾ ਹੈ ਉਸ ਉਮਰਾਂ ਦੇ ਵਿੱਚ, ਰੱਬਾ ਇਸ ਜੂਨ ਵਿੱਚੋਂ ਬਾਹਰ ਕੱਢ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਸਿਮਰਨ ਤੋਂ ਬਾਹਰੀ ਨੇ, ਜਿਉਣਾ ਜਿਉਂ ਹੀ ਜਾ ਰਹੇ ਨੇ, ਜ਼ਿੰਦਗੀ ਬਤੀਤ ਕਰੀ ਜਾ ਰਹੇ ਨੇ, ਉਹਨਾਂ ਦੀ ਉਮਰਾ ਹੀ ਉਹਨਾਂ ਦੀ ਵੈਰੀ ਬਣੀ ਹੋਈ ਹੈ। ਜਿਵੇਂ ਅਜਗਰ ਸੱਪ ਦੀ ਉਮਰਾ ਉਹਦੇ ਵਾਸਤੇ ਵੈਰੀ ਬਣ ਗਈ ਹੈ। ਜਿਹੜੇ ਬਿਨਾਂ ਸਿਮਰਨ ਤੋਂ, ਮਹਾਰਾਜ ਕਹਿਣ ਲੱਗੇ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਪਹਿਲੇ ਸਮੇਂ ਵਿੱਚ ਖੇਤੀਆਂ ਜਿਹੜੀਆਂ ਸਾਨੂੰ ਮੀਂਹ ਤੇ ਨਿਰਭਰ ਕਰਦੀਆਂ। ਮਹਾਰਾਜ ਕਹਿਣ ਲੱਗੇ ਖੇਤੀ ਤੇ ਬੀਜੀ ਹੈ, ਪਰ ਮੀਂਹ ਨਹੀਂ ਪਿਆ, ਉਹ ਖੇਤੀ ਸੁੱਕ ਗਈ, ਉਹਦੀ ਬੀਜਣ ਦਾ ਫਾਇਦਾ ਕੋਈ ਨਹੀਂ ਹੋਇਆ। ਜਿਵੇਂ ਖੇਤੀ ਮੀਂਹ ਬਿਨਾ ਪਾਣੀ ਬਿਨਾ ਸੁੱਕ ਜਾਂਦੀ ਹੈ, ਇਸ ਤਰ੍ਹਾਂ ਉਹਨਾਂ ਮਨਮੁਖਾਂ ਦੇ ਜੀਵਨ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਸੁੱਕ ਗਏ, ਖਤਮ ਹੋ ਗਿਆ, ਰਹਿ ਹੀ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਕਿਰਪਨ ਕਿਹਾ ਜਾਂਦਾ ਕੰਜੂਸ ਨੂੰ, ਕੰਜੂਸ ਬੰਦੇ ਨੇ ਦਮੜੇ ਤੇ ਇਕੱਠੇ ਕੀਤੇ, ਪਰ ਕੇਵਲ ਇਕੱਠੇ ਹੀ ਕੀਤੇ, ਵਰਤ ਨਹੀਂ ਸਕਿਆ, ਲਾ ਨਹੀਂ ਸਕਿਆ ਵੀ ਮੈਂ ਇਹਨੇ ਮਾਇਆ ਦਾ ਕੋਈ ਸੋਹੀ ਲੈ ਲਵਾਂ। ਨਹੀਂ, ਇਕੱਠੇ ਕਰਦਾ ਰਿਹਾ, ਕਰਦਿਆਂ ਮਰ ਗਿਆ, ਭੁੱਖਾ ਪਿਆਸਾ ਰਹਿੰਦਾ ਰਿਹਾ, ਗਰਮੀ ਸਰਦੀ ਨੂੰ ਸਹਾਰਦਾ ਰਿਹਾ, ਮਸ਼ੱਕਤ ਤੇ ਬੜੀ ਕੀਤੀ ਹੈ, ਪਰ ਮਾਇਆ ਦਾ ਸੁਖ ਨਹੀਂ ਲੈ ਸਕਿਆ। ਉਹ ਇਕੱਠੀ ਕੀਤੀ ਮਾਇਆ ਦੁਨੀਆ ਤੇ ਰਹਿ ਗਈ, ਉਸ ਨੂੰ ਕੋਈ ਹੋਰ ਭੋਗਦਾ ਪਿਆ। ਸੰਚਿਤ ਥੈਲੀ ਕੀਨੀ ਪ੍ਰਭ ਤਿਸ ਤੇ ਡਾਰ ਅਵਰ ਕੋ ਦੀਨੀ। ਰੱਬ ਨੇ ਉਹ ਕਿਸੇ ਹੋਰ ਨੂੰ ਦੇ ਦਿੱਤੀ ਵੀ ਤੂੰ ਇਕੱਠਾ ਹੀ ਕਰਦਾ ਰਹਿ। ਕੈਸੀ ਹਾਲਤ ਬਣੀ ਹੈ, ਜਿਵੇਂ ਮਧੂ ਮੱਖੀਆਂ ਗੁਰਮੁਖੋ ਸ਼ਹਿਦ ਇਕੱਠਾ ਕਰਦੀਆਂ ਨੇ, ਉੱਡ ਉੱਡ ਕੇ ਦੂਰ ਜਾਂਦੀਆਂ, ਫੁੱਲਾਂ ਦਾ ਰਸ ਲਿਆ ਕੇ ਛੱਜਾ ਬਣਾਉਂਦੀਆਂ, ਸ਼ਹਿਦ ਇਕੱਠਾ ਕਰਦੀਆਂ, ਪਰ ਵਿਚਾਰੀਆਂ ਮੱਖੀਆਂ ਸ਼ਹਿਦ ਇਕੱਠਾ ਹੀ ਕਰ ਸਕੀਆਂ, ਖਾ ਨਹੀਂ ਸਕੀਆਂ। ਖਾਣ ਵੇਲੇ ਕੋਈ ਹੋਰ ਆ ਗਿਆ, ਉਹ ਲਾਹ ਕੇ ਕੋਈ ਹੋਰ ਲੈ ਗਿਆ। ਪਰ ਮੱਖੀਆਂ ਸਫ਼ਰ ਹੀ ਕਰਦਿਆਂ ਰਹੀਆਂ, ਆਪਣੇ ਛੱਜੇ ਤੋਂ ਉੱਡ ਕੇ ਜਾਂਦੀਆਂ ਫੁੱਲ ਕੋਲ, ਫੁੱਲ ਤੋਂ ਉੱਡ ਕੇ ਆਉਂਦੀਆਂ ਛੱਜੇ ਦੇ ਕੋਲ। ਸਾਰੀ ਉਮਰ ਸਫ਼ਰ ਹੀ ਕੀਤਾ ਹੈ, ਪਰ ਸ਼ਹਿਦ ਨੂੰ ਖਾ ਨਹੀਂ ਸਕੀ।
ਇਸੇ ਤਰ੍ਹਾਂ ਮੱਖੀਆਂ ਦੇ ਵਾਂਗ ਕੁਝ ਉਹ ਲੋਕ ਨੇ ਜਿਹੜੇ ਸਾਰੀ ਉਮਰ ਸਫ਼ਰ ਤੇ ਕਰਦੇ ਨੇ, ਇਧਰੋਂ ਮਾਇਆ ਕਮਾ ਲਈ, ਉਧਰੋਂ ਗੇੜਾ ਕੱਢ ਲਿਆ, ਇਧਰੋਂ ਮੁਸ਼ੱਕਤ ਕਰ ਲਈ, ਦਿਨੇ ਵੀ ਜਾਗ ਲਿਆ, ਰਾਤ ਵੀ ਜਾਗ ਲਿਆ, ਮਾਇਆ ਇਕੱਠੀ ਤੇ ਕਰ ਲਈ ਹੈ, ਪਰ ਭੋਗਣ ਖਾਣ ਦਾ ਸੁੱਖ ਨਹੀਂ ਮਿਲਿਆ। ਜਦੋਂ ਸੁੱਖ ਮਿਲਣ ਦਾ ਸਮਾਂ ਆਇਆ, ਜਮ ਸਰਾਣੇ ਖੜ ਗਿਆ ਵੀ ਚੱਲ ਤੇਰਾ ਸਮਾਂ ਆ ਗਿਆ, ਤੈਨੂੰ ਲੈਣ ਆ ਗਿਆ। ਮਹਾਰਾਜ ਕਹਿਣ ਲੱਗੇ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਧਾਮ, ਧਨ ਧਨ ਤੇ ਜਾਨ ਜੇ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਓ। ਉਹ ਗੁਰਮੁਖ ਧਨ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ। ਤੇ ਪਾਤਸ਼ਾਹ ਕਹਿਣ ਲੱਗੇ, ਉਹਨਾਂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ। ਬਿਨ ਸਿਮਰਨ ਜੋ ਜੀਵਨ ਬਲਨ, ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਹੜਾ ਜਿਉਣਾ ਹੈ, ਕਹਿਣ ਲੱਗੇ ਜਿਉਣਾ ਤੇ ਅੱਗ ਦੇ ਸੜਨ ਵਰਗਾ ਹੀ ਹੈ। ਬੇਨਤੀ ਕਰ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ, ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੂਕਰ ਜੂਠਨ ਮਹਿ ਪਾਏ, ਜੂਠਨ ਮੋਹ ਪਾਏ। ਨਾਮ ਤੋਂ ਬਿਨਾ ਪਹਿਨਣਾ ਤੇ ਖਾਣਾ ਇਸ ਤਰ੍ਹਾਂ ਦਾ ਜਿਵੇਂ ਕੁੱਤਾ ਮੂੰਹ ਦੇ ਝੂਠ ਦੇ ਵਿੱਚ ਮੂੰਹ ਪਾਉਂਦਾ ਹੈ, ਗੰਦਗੀ ਖਾਂਦਾ ਹੈ, ਉਹਨਾਂ ਲੋਕਾਂ ਦਾ ਖਾਣਾ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਨਾਮ ਬਿਨਾ ਜੇਤਾ ਵਿਵਹਾਰ, ਜੋ ਮਿਰਤਕ ਮਿਥਿਆ ਸਿੰਗਾਰ। ਮਰਿਆ ਹੋਇਆ ਸਰੀਰ ਪਿਆ ਨਾ, ਮੁਰਦਾ ਸਰੀਰ, ਡੈਡ ਬੋਡੀ, ਉਹਨੂੰ ਜਿੰਨਾ ਮਰਜ਼ੀ ਸ਼ਿੰਗਾਰ ਕਰੀ ਜਾਓ, ਮੇਕਅਪ ਕਰੀ ਜਾਓ, ਫਾਇਦਾ ਹੈ ਕੋਈ? ਮੁਰਦੇ ਨੇ ਕਿਹੜਾ ਉੱਠ ਪੈਣਾ? ਮੁਰਦੇ ਬੰਦੇ ਦਾ ਸ਼ਿੰਗਾਰ ਕਰਨ ਦਾ ਕੋਈ ਫਾਇਦਾ ਨਹੀਂ। ਅੰਤ ਵੇਲੇ ਉਹਨੂੰ ਦਫਨਾਉਣਾ ਹੀ ਹੈ ਜਾਂ ਅੰਤ ਵੇਲੇ ਉਹਨੂੰ ਸਾੜਨਾ ਹੀ ਹੈ। ਮੁਰਦੇ ਦੇ ਸ਼ਿੰਗਾਰ ਕਰਨ ਦਾ ਕੀ ਲਾਭ ਹੈ? ਨਾਮ ਬਿਨਾ ਜੇਤਾ ਵਿਵਹਾਰ, ਨਾਮ ਤੋਂ ਬਿਨਾ ਜਿੰਨੇ ਵਿਵਹਾਰ ਨੇ, ਜਿੰਨੇ ਕੰਮ ਨੇ, ਉਹ ਇਸ ਤਰ੍ਹਾਂ ਨੇ, ਫਜ਼ੂਲ ਨੇ, ਨਹੀਂ ਕੰਮ ਆਉਣ ਵਾਲੇ। ਜਿਵੇਂ ਮਰੇ ਬੰਦੇ ਦਾ ਕੀਤਾ ਸ਼ਿੰਗਾਰ ਕਿਸੇ ਕੰਮ ਨਹੀਂ ਆਇਆ, ਇਸ ਤਰ੍ਹਾਂ ਨਾਮ ਤੋਂ ਬਿਨਾ ਕੀਤੇ ਕੰਮ ਕਿਸੇ ਕੰਮ ਆਉਣ ਵਾਲੇ ਨਹੀਂ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਮਹਾਰਾਜ ਦੇ ਮਹਾਵਾਕ ਨੇ। ਨਾਮ ਤੋਂ ਬਿਨਾ ਜਿੰਨੇ ਕੀਤੇ ਹੋਏ ਕੰਮ ਨਿਸਫਲ ਨੇ, ਐਵੇਂ ਚਲੇ ਜਾਣ ਵਾਲੇ, ਕਿਤੇ ਕੰਮ ਨਹੀਂ ਆਉਣ ਵਾਲੇ। ਨਾਮ ਬਿਨਾ, ਨਾਮ ਤੋਂ ਬਿਨਾ ਜੇਤਾ ਵਿਵਹਾਰ, ਜਿੰਨੇ ਵੀ ਕੰਮ ਕਾਰ ਨੇ, ਜਿਵੇਂ ਮਰੇ ਬੰਦੇ ਦਾ ਸ਼ਿੰਗਾਰ ਕੰਮ ਨਹੀਂ ਆਇਆ, ਤੇਰੇ ਦੁਨੀਆ ਵਿੱਚ ਕੀਤੇ ਕੰਮ ਨਹੀਂ ਆਉਣਗੇ। ਨਾਮ ਵਿਸਾਰ ਕਰੇ ਰਸ ਭੋਗ, ਮਹਾਰਾਜ ਕਹਿਣ ਲੱਗੇ ਨਾਮ ਤੇ ਦਿੱਤਾ ਵਿਸਾਰ ਭੁਲਾ, ਨਾਮ ਨਹੀਂ ਜਪਿਆ। ਕਰੇ ਰਸ ਭੋਗ, ਰਸ ਲੈਂਦਾ ਵੱਖ ਵੱਖ ਫਲਾਂ ਦੇ, ਵੱਖ ਵੱਖ ਵਸਤੂਆਂ ਦੇ ਰਸ ਲੈਂਦਾ, ਭੋਗਾਂ ਦੇ। ਆ ਵੀ ਭੋਗ ਲਵਾਂ, ਆ ਵੀ ਵਿਕਾਰ ਜਿਹੜਾ ਹੈ ਉਹਨੂੰ ਭੋਗ ਲਵਾਂ। ਨਾਮ ਵਿਸਾਰ, ਨਾਮ ਨੂੰ ਭੁਲਾ ਕੇ ਕਰੇ ਰਸ ਭੋਗ, ਰਸ ਵੀ ਲੈਂਦਾ, ਭੋਗ ਵੀ ਲਾਉਂਦਾ। ਭੋਗ ਕਹੀਏ ਵਿਕਾਰਾਂ ਨੂੰ ਭੋਗਦਾ ਹੈ, ਰਸ ਕਹੀਏ ਫਲਾਂ ਸਬਜ਼ੀਆਂ ਦੇ ਰਸ ਲੈਂਦਾ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਵੀ ਜਿਹੜੇ ਵੱਖਰੇ ਵੱਖਰੇ ਸਰੀਰਾਂ ਦੇ ਭੋਗ ਨੇ, ਉਹਨਾਂ ਦਾ ਰਸ ਵੀ ਲੈਂਦਾ ਹੈ। ਐਸੀ ਲੱਤ ਲੱਗੀ ਹੈ, ਰੋਜ਼ ਘਰ ਬਦਲਦਾ ਹੈ, ਐਸਾ ਵਿਕਾਰਾਂ ਵਿੱਚ ਖੁੱਭਿਆ ਹੋਇਆ। ਤੇ ਮਹਾਰਾਜ ਕਹਿਣ ਲੱਗੇ ਸੁਖ ਸੁਪਨੇ ਨਹੀਂ, ਤਨ ਮਹਿ ਰੋਗ। ਉਹ ਬੰਦਾ ਭੁੱਲ ਜਾਵੇ ਕਿ ਮੈਨੂੰ ਸੁਪਨੇ ਦੇ ਵਿੱਚ ਵੀ ਸੁਖ ਮਿਲੇਗਾ, ਬਿਲਕੁਲ ਨਹੀਂ ਮਿਲੇਗਾ, ਸਗੋਂ ਤਨ ਨੂੰ ਰੋਗ ਹੀ ਲੱਗਣਗੇ, ਭਿਆਨਕ ਬਿਮਾਰੀਆਂ ਲੱਗ ਜਾਣਗੀਆਂ। ਭਿਆਨਕ ਬਿਮਾਰੀਆਂ ਤਾਂ ਲੱਗਣਗੀਆਂ ਕਿਉਂਕਿ ਸਾਰੀ ਉਮਰ ਵਿਕਾਰ ਭੋਗੇ, ਤੇ ਫਿਰ ਉਹ ਬਿਮਾਰੀਆਂ ਵੀ ਇਹੋ ਜਿਹੀਆਂ ਵੀ ਉਹਨਾਂ ਦਾ ਇਲਾਜ ਕੋਈ ਨਹੀਂ ਹੈਗਾ ਦੁਨੀਆ ਦੇ ਵਿੱਚ, ਉਸੇ ਬਿਮਾਰੀ ਵਿੱਚ ਸੁੱਕ ਸੁੱਕ ਕੇ ਮਰੇਗਾ। ਪਰ ਗੁਰਮੁਖੋ, ਫਿਰ ਮਹਾਰਾਜ ਦਾ ਬਚਨ ਹੈ ਨਾ, ਐਸਾ ਕੰਮ ਮੂਲੇ ਨਾ ਕੀਚੈ। ਫਿਰ ਉਹ ਕੰਮ ਕਰਨਾ ਹੀ ਕਿਉਂ ਜਿਹੜਾ ਪਛਤਾਉਣਾ ਪਵੇ। ਨਾ ਵਿਕਾਰ ਭੋਗਦਾ ਤੇ ਨਾ ਬਿਮਾਰੀ ਲੱਗਦੀ ਤੇ ਨਾ ਪਛਤਾਉਣਾ ਪੈਂਦਾ। ਸੁਖ ਸੁਪਨੇ ਨਹੀਂ, ਸੁਪਨੇ ਵਿੱਚ ਸੁਖ ਨਹੀਂ ਮਿਲਣਾ। ਤਨ ਮਹਿ ਰੋਗ, ਸਗੋਂ ਸਰੀਰ ਦੇ ਵਿੱਚ ਭਿਆਨਕ ਰੋਗ ਲੱਗ ਜਾਣਗੇ। ਤੇ ਮਹਾਰਾਜ ਕਹਿਣ ਲੱਗੇ ਨਾਮ ਤਿਆਗ ਕਰੇ ਅਨਕਾਜ। ਨਾਮ ਨਹੀਂ ਜਪਣਾ, ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਤੇ ਨੌਕਰੀ ਤੇ ਚੱਲਿਆ। ਨਾਮ ਨਹੀਂ ਜਪਣਾ, ਮੈਂ ਤੇ ਫਲਾਣਾ ਕੰਮ ਕਰਨਾ। ਨਾਮ ਜਪਣ ਵਾਸਤੇ ਟਾਈਮ ਕੋਈ ਨਹੀਂ, ਕੰਮ ਫਲਾਣੇ ਬੜੇ ਜ਼ਰੂਰੀ ਨੇ। ਮਹਾਰਾਜ ਕਹਿਣ ਲੱਗੇ ਨਾਮ ਵਿਸਾਰ, ਨਾਮ ਨੂੰ ਭੁਲਾ ਕੇ ਨਾਮ ਤਿਆਗ ਕਰੇ ਅਨ ਕਾਜ। ਨਾਮ ਵਾਲਾ ਕੰਮ ਨਹੀਂ ਕਰਦਾ, ਬਾਕੀ ਸਾਰੇ ਕੰਮ ਕਰਦਾ।
ਹੋਰ ਕੰਮ ਸਾਰੇ ਕਰੀ ਜਾਂਦਾ, ਧੀਆਂ ਨਾਲ ਕਿਵੇਂ ਵਰਤਣਾ, ਪੋਤਰਿਆਂ ਨਾਲ ਕਿਵੇਂ ਵਰਤਣਾ, ਦੋਤਰਿਆਂ ਨਾਲ ਕਿਵੇਂ ਵਰਤਣਾ, ਨਾਨਕੇ ਦਾਦਕੇ ਕਿਵੇਂ ਵਰਤਣੇ ਨੇ, ਕਮਾਈ ਕਿਵੇਂ ਕਰਨੀ ਹੈ, ਠੱਗੀ ਕਿਵੇਂ ਮਾਰਨੀ ਹੈ, ਦੁਨੀਆ ਵਿੱਚ ਬਹਿਣਾ ਉੱਠਣਾ ਕਿਵੇਂ ਹੈ, ਸਟੈਂਡਰਡ ਆਪਣਾ ਹਾਈ ਕਿਵੇਂ ਰੱਖਣਾ, ਇਹ ਸਾਰੀਆਂ ਹੀ ਗੱਲਾਂ ਜਾਣਦਾ ਹੈ। ਨਹੀਂ ਜਾਣਦਾ ਤੇ ਨਾਮ ਜਪਣਾ ਨਹੀਂ ਜਾਣਦਾ। ਮਹਾਰਾਜ ਕਹਿਣ ਲੱਗੇ ਬਿਨ ਸਜਾਏ ਝੂਠੇ ਸਭ ਪਾਜ। ਇਹ ਜਿਹੜੇ ਦੁਨੀਆ ਨੂੰ ਵੱਖਰੇ ਵੱਖਰੇ ਮਖੌਟੇ ਪਾ ਪਾ ਕੇ ਵਿਖਾਉਂਦਾ ਨਾ, ਮੈਂ ਤੇ ਇਹ ਆ, ਮੈਂ ਤੇ ਇਹ ਆ, ਵਿਖਾਉਂਦਾ ਬਣਾ ਬਣਾ ਕੇ, ਬਣਾਵਟ ਆਪਣੀ ਹੁੰਦਾ ਕੁਝ ਨਹੀਂ ਹੈ ਕੋਲ, ਪਰ ਦੁਨੀਆ ਨੂੰ ਵੱਡਾ ਬਣ ਬਣ ਕੇ ਵਿਖਾਉਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਪਾਜ ਝੂਠ ਸਾਰੇ ਲੈ ਜਾਣ, ਨਾਸ ਹੋ ਜਾਣ, ਨਾ ਝੂਠ ਰਹਿਣਾ ਨਾ ਵਿਖਾਵਾ ਰਹਿ ਜਾਣਾ। ਕੀ ਦੁਨੀਆ ਨੂੰ ਵਿਖਾਉਂਦਾ ਪਿਆ? ਬਿਨ ਸਜਾਏ ਝੂਠੇ ਸਭ ਪਾਜ। ਇਹ ਤੇਰੇ ਪਾਜ ਪਖੰਡ, ਵਿਖਾਵਾ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ, ਸਭ ਨਾਸ ਹੋ ਜਾਣਾ। ਪਰਮਾਤਮਾ ਨੇ ਰਹਿਣ ਕੋਈ ਨਹੀਂ ਦੇਣਾ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਨਾਮ ਦੇ ਨਾਲ ਤੇ ਪ੍ਰੀਤੀ ਲੱਗੀ ਨਹੀਂ, ਕਦੇ ਵਾਹਿਗੁਰੂ ਦੇ ਨਾਲ ਤੇ ਚਿੱਤ ਜੋੜਿਆ ਹੀ ਨਹੀਂ, ਪਰ ਕਰਮ ਕਾਂਡ ਜ਼ਰੂਰ ਕਰਦਾ। ਇੱਥੇ ਦਾਨ ਕਰ ਲਵਾਂ, ਇੱਥੇ ਪੁੰਨ ਕਰ ਲਵਾਂ, ਇੱਥੇ ਕੰਬਲ ਦਾਨ ਕੀਤਾ, ਇੱਥੇ ਚੱਪਲ ਦਾਨ ਕੀਤੀ, ਇੱਥੇ ਮੈਂ ਕਣਕ ਦਾਨ ਕਰਿਆ ਆ। ਮਹਾਰਾਜ ਕਹਿਣ ਲੱਗੇ ਨਾਮ ਨਹੀਂ ਜਪਿਆ, ਦਾਨ ਪੁੰਨ ਤੇ ਕਰਦਾ, ਪਰ ਉਹ ਦਾਨ ਪੁੰਨ ਤੇਰੇ ਜਿੰਨੇ ਮਰਜ਼ੀ ਕਰ ਲਾ, ਨਰਕਾਂ ਦੀ ਸਜ਼ਾ ਤੋਂ ਤੈਨੂੰ ਬਚਾਉਣਾ ਨਹੀਂ ਕਿਸੇ ਨੇ। ਮਹਾਰਾਜ ਕਹਿਣ ਲੱਗੇ ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰਤੋ। ਕਰਮ ਤੇ ਕਰੋੜਾਂ ਹੀ ਕਰਦਾ ਪਿਆ, ਮਸਿਆ ਨਹਾਵਾਂ ਪੁੰਨਿਆ ਨਹਾਵਾਂ, ਇਹੋ ਜਿਹਾ ਕਰਮ ਤੇ ਕਰਦਾ ਪਿਆ, ਦਾਨ ਪੁੰਨ ਦੇ ਕਰਮ ਤੇ ਕਰਦਾ ਪਿਆ, ਪਰ ਕਰਤੋ ਨਰਕ ਜਾਵੈ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਯਾਤਰਾ ਕਰ ਲਈ, ਦਾਨ ਕਰ ਲਿਆ, ਪਰ ਮਨ ਵਿੱਚ ਮਾਣ ਹੈ ਵੀ ਮੈਂ ਕੀਤਾ। ਜਦੋਂ ਆ ਗਿਆ ਨਾ ਮੈਂ ਕੀਤਾ, ਉਹ ਕੀਤਾ ਸਾਰਾ ਹੀ ਨਿਸਫਲ ਚਲੇ। ਮਹਾਰਾਜ ਕਹਿਣ ਲੱਗੇ ਹਾਥੀ ਨੂੰ ਇਸ਼ਨਾਨ ਤੇ ਬੜਾ ਕਰਵਾਇਆ, ਪਾਣੀ 'ਚ ਬਿਠਾ ਕੇ। ਇਸ਼ਨਾਨ ਕਰਦਿਆਂ ਹਾਥੀ ਸੋਹਣਾ ਤੇ ਜ਼ਰੂਰ ਹੋ ਗਿਆ 2 4 5 ਮਿੰਟ ਵਾਸਤੇ, ਪਰ ਬਾਹਰ ਆਉਂਦੇ ਹੀ ਮਿੱਟੀ ਚੁੱਕ ਕੇ ਉਹਨੇ ਸਰੀਰ ਤੇ ਪਾ ਲੈਣੀ, ਗੰਦਾ ਫਿਰ ਹੋ ਜਾਣਾ। ਪੁੰਨ ਦਾਨ ਤੇ ਕੀਤਾ, ਚੰਗਾ ਕਰਮ ਤੇ ਕੀਤਾ, ਥੋੜੇ ਸਮੇਂ ਵਾਸਤੇ ਤੇ ਫਲ ਹੈ, ਪਰ ਬਾਹਰ ਨਿਕਲਦਿਆਂ ਨਾਲ ਹੀ ਆਖਿਆ ਮੈਂ ਅੱਜ ਲੰਗਰ ਲਾਇਆ ਸੀ, ਅੱਜ ਮੈਂ ਇੰਨੀ ਸੇਵਾ ਕੀਤੀ ਹੈ, ਮੈਂ ਇੰਨੀ ਯਾਤਰਾ ਕਰ ਆਇਆ, ਮੈਂ ਇੰਨੇ ਭਲੇ ਪੁੰਨ ਕੰਮ ਕੀਤੇ। ਬਸ ਹਾਥੀ ਦੇ ਬਾਹਰ ਨਿਕਲਣ ਵਾਲੀ ਗੱਲ ਹੈ, ਬਾਹਰ ਨਿਕਲਿਆ ਨਹੀਂ ਤੇ ਖੇਹ ਸਿਰ 'ਚ ਪਾਈ ਨਹੀਂ। ਇਹਨੇ ਵੀ ਕਰਮ ਕੀਤਾ ਨਹੀਂ, ਮਾਨ ਕਰਕੇ ਸਾਰਾ ਕੁਝ ਹੀ ਗਵਾ ਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਰਿ ਕਾ ਨਾਮ ਜਿਨ ਮਨ ਨਾ ਅਰਾਧਾ। ਰੱਬ ਦਾ ਨਾਮ ਜਿਹਨੇ ਮਨ ਵਿੱਚ ਨਹੀਂ ਅਰਾਧਿਆ, ਨਹੀਂ ਜਪਿਆ, ਤੇ ਪਾਤਸ਼ਾਹ ਕਹਿਣ ਲੱਗੇ ਚੋਰ ਕੀ ਨਿਆਈ ਜਮਪੁਰ ਵਾਧਾ। ਕੋਈ ਚੋਰ ਚੋਰੀ ਕਰਦਾ ਫੜਿਆ ਜਾਵੇ ਨਾ, ਸੰਨ ਲਾਉਂਦਾ ਫੜਿਆ ਜਾਵੇ, ਤੇ ਉਹਨੂੰ ਬੰਨ ਲਿਆ ਜਾਂਦਾ ਸਾਰੇ ਪਿੰਡ ਦੇ ਸਾਹਮਣੇ, ਰੁੱਖ ਦੇ ਨਾਲ, ਮੰਜੇ ਦੇ ਨਾਲ, ਸਾਰਿਆਂ ਦੇ ਸਾਹਮਣੇ ਬੱਧਾ ਹੋਇਆ, ਨਾਲੇ ਮਾਰ ਖਾਂਦਾ, ਨਾਲੇ ਰੋਂਦਾ ਪਿਆ, ਨਾਲੇ ਸ਼ਰਮਿੰਦਾ ਹੁੰਦਾ ਪਿਆ। ਮਹਾਰਾਜ ਕਹਿਣ ਲੱਗੇ ਨਾਮ ਨਹੀਂ ਜਪਿਆ ਤੇ ਚੋਰ ਦੇ ਵਾਂਗ ਤੈਨੂੰ ਵੀ ਪਰਲੋਕ ਦੇ ਵਿੱਚ ਬੰਨਿਆ ਜਾਣਾ ਜਮਾਂ ਦੇ ਦੁਆਰਾ। ਚੋਰ ਕੀ ਨਿਆਈ ਜਮਪੁਰ ਵਾਧਾ, ਜਮਾਂ ਦੀ ਪੁਰੀ ਵਿੱਚ ਬੰਨਿਆ ਜਾਂਦਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਲੱਖ ਅਡੰਬਰ ਬਹੁਤ ਵਿਸਥਾਰਾ। ਲੱਖਾਂ ਹੀ ਅਡੰਬਰ ਕਰ ਲੈ, ਪਖੰਡ ਕਰ ਲੈ, ਕਦੇ ਮਾਲਾ ਪਾ ਲੀਆਂ, ਕਦੇ ਕੁਝ ਬਣਾ ਲਿਆ, ਕਦੇ ਕੁਝ ਬਣਾ ਲਿਆ, ਕਦੇ ਤਿਲਕ ਲਾ ਲਿਆ, ਕਦੇ ਧੋਤੀ ਪਾ ਲਈ। ਅਡੰਬਰ ਤੇ ਬੜੇ ਕਰਦਾ, ਵਿਖਾਵੇ ਤੇ ਬੜੇ ਕਰਦਾ, ਪਖੰਡ ਤੇ ਬੜੇ ਕਰਦਾ, ਦੁਨੀਆ ਦੀਆਂ ਅੱਖਾਂ ਵਿੱਚ ਘਟਾ ਪਾਉਣ ਵਾਸਤੇ। ਲੱਖ ਅਡੰਬਰ ਬਹੁਤ ਵਿਸਥਾਰਾ। ਹੁਣ ਗੁਰਮੁਖੋ ਜਿੰਨਾ ਪਖੰਡ ਕਰੇਗਾ ਮਾਇਆ ਤੇ ਉਨੀ ਵੱਧ ਆਵੇਗੀ ਨਾ ਕੋਲ, ਤੇ ਜਿੰਨੀ ਮਾਇਆ ਵੱਧ ਆਵੇਗੀ ਉਨਾ ਹੀ ਇਹਦਾ ਫੈਲਾਅ ਵੱਡਾ ਹੋ ਜਾਏਗਾ, ਡੇਰਾ ਵੀ ਵੱਡਾ ਹੋ ਜਾਏਗਾ, ਗੱਡੀਆਂ ਵੀ ਜ਼ਿਆਦੀਆਂ ਹੋ ਜਾਣਗੀਆਂ, ਘਰ ਵੀ ਵੱਡਾ ਹੋ ਜਾਏਗਾ, ਜ਼ਮੀਨ ਜਾਇਦਾਦ ਵੀ ਬਹੁਤੀ ਹੋ ਜਾਏਗੀ। ਲੱਖ ਅਡੰਬਰ, ਲੱਖਾਂ ਅਡੰਬਰ ਕਰਦਾ, ਪਖੰਡ ਕਰਦਾ, ਤੇ ਪਖੰਡ ਕਰਕੇ ਬਹੁਤ ਵਿਸਥਾਰਾ। ਫਿਰ ਵੱਡਾ ਵਿਸਥਾਰ ਕਰ ਲਿਆ ਵੀ ਵੱਡਾ ਹੋ ਗਿਆ, ਮੈਂ ਤੇ ਅਮੀਰ ਹੋ ਗਿਆ, ਹੁਣ ਤੇ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ, ਮੈਂ ਇਲੈਕਸ਼ਨ ਲੜਾਂਗਾ। ਪਖੰਡ ਕਰ ਕਰਕੇ ਇੰਨਾ ਕੁਝ ਇਕੱਠਾ ਕਰ ਲਿਆ। ਤੇ ਪਾਤਸ਼ਾਹ ਕਹਿਣ ਲੱਗੇ ਨਾਮ ਬਿਨਾ ਝੂਠੇ ਪਾਸਾਰਾ। ਜਿੰਨਾ ਵੀ ਪਸਾਰਾ ਪਸਾਰਿਆ ਨਾ, ਘਰ ਬਾਰ ਬਣਾਇਆ, ਜ਼ਮੀਨਾਂ ਬਣਾ ਲਈਆਂ,
ਗੱਡੀਆਂ ਮੋਟਰਾਂ ਕਾਰਾਂ ਖਰੀਦ ਲਈਆਂ, ਇਹ ਸਭ ਨਾਮ ਤੋਂ ਬਿਨਾ ਨਸ਼ਵਰ, ਸਾਰਾ ਕੁਝ ਛੱਡ ਕੇ ਤੁਰ ਜਾਣਾ, ਨਾਲ ਕੁਝ ਨਹੀਂ ਨਿਭੇਗਾ। ਹਰ ਕਾ ਨਾਮ ਸੋਈ ਜਨ ਲੈ, ਕਰ ਕਿਰਪਾ ਨਾਨਕ ਜਿਸ ਦੇ। ਨਾਮ ਉਹੀ ਜਪ ਸਕਦਾ ਜਿਹਨੂੰ ਗੁਰੂ ਕਿਰਪਾ ਕਰਕੇ ਜਪਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਿਨ ਸਿਮਰਨ ਜੋ ਜੀਵਨ ਬਲਨਾ। ਸਿਮਰਨ ਤੋਂ ਬਿਨਾ ਜਿਉਣਾ ਇਸ ਤਰ੍ਹਾਂ ਹੈ, ਉਹਦਾ ਜਿਉਣਾ ਵੀ ਬਲਣਾ ਕਹੀਏ ਸੜਨ ਵਰਗਾ ਹੀ ਹੈ। ਜਿਹੜਾ ਸਿਮਰਨ ਨਹੀਂ ਨਾ ਕਰਦਾ, ਉਹਦਾ ਜਿਉਣਾ ਵੀ ਸੜਨੇ ਵਰਗਾ ਹੀ ਹੈ। ਜਿਉਂਦਾ ਵੀ ਉਹ ਸੜਦਾ ਹੀ ਰਹਿੰਦਾ, ਵਿਕਾਰਾਂ ਵਿੱਚ, ਨਿੰਦਿਆ ਵਿੱਚ, ਚੁਗਲੀ ਵਿੱਚ, ਤਾਨਿਆਂ ਵਿੱਚ, ਸੰਸਾਰ ਦੇ ਕੰਮਾਂ ਤੋਂ ਦੁਖੀ ਹੋ ਕੇ। ਸਰਪ ਜੈਸੇ ਅਰਜਾਰੀ, ਸੱਪ ਵਰਗੀ ਲੰਬੀ ਉਮਰਾਂ ਤੇ ਹੋ ਗਈ ਹੈ, ਪਰ ਅਸਲ ਵਿੱਚ ਜਦੋਂ ਕੋਈ ਰੋਗ ਲੱਗ ਜਾਂਦਾ ਹੈ, ਫਿਰ ਉਹ ਲੰਬੀ ਉਮਰਾਂ ਹੀ ਇਹਦੀ ਵੈਰੀ ਬਣ ਜਾਂਦੀ ਹੈ। ਮੂੰਹੋਂ ਮੌਤ ਮੰਗਦਾ ਤਾਂ ਵੀ ਨਹੀਂ ਆਉਂਦੀ, ਮੰਜੇ ਤੇ ਪਿਆ ਤੜਫਦਾ ਹੋਇਆ ਐਸੇ ਦੁੱਖਾਂ ਨੂੰ ਭੋਗਦਾ ਹੈ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਮਹਾਰਾਜ ਕਹਿਣ ਲੱਗੇ, 9 ਖੰਡਾਂ ਦਾ ਰਾਜ ਕਮਾਉਣ ਵਾਲਾ, ਕਹਿ ਲਈਏ ਸਾਰੀ ਧਰਤੀ ਦਾ ਰਾਜ ਭਾਵੇਂ ਮਿਲ ਜਾਵੇ। ਗੁਰਮੁਖੋ ਮਿਲਿਆ ਤੇ ਨਹੀਂ ਅਜੇ ਤੱਕ ਕਿਸੇ ਨੂੰ, ਰਾਜੇ ਤੇ ਬੜੇ ਹੋਏ ਪਰ ਸਾਰੀ ਧਰਤੀ ਦੇ ਉੱਤੇ ਰਾਜ ਕੋਈ ਨਹੀਂ ਕਰ ਸਕਿਆ। ਮੰਨ ਲਓ ਵੀ ਚਲੋ ਮਿਲ ਵੀ ਜਾਵੇ, ਬਣ ਵੀ ਜਾਵੇ ਏਡਾ ਵੱਡਾ ਰਾਜਾ, ਕੋਈ ਆਵਿਸ਼ਕਾਰ ਕਰ ਹੀ ਦੇਵੇ। ਨਵ ਖੰਡਨ ਕੋ ਰਾਜ ਕਮਾਵੇ, ਸਾਰੀ ਧਰਤੀ ਦਾ ਰਾਜ ਕਮਾ ਵੀ ਲਵੇ, ਬਣਾ ਵੀ ਲਵੇ, ਅੰਤ ਚਲੇ ਗੋਹਾਰੀ, ਅੰਤ ਨੂੰ ਹਾਰ ਕੇ ਇਥੋਂ ਬਾਜੀ ਮਨੁੱਖਾ ਜਨਮ ਦੀ ਜਾਣਾ ਹੈ, ਪ੍ਰਾਪਤੀ ਕੁਝ ਨਹੀਂ ਹੈ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ। ਸਤਿਗੁਰੂ ਬਖਸ਼ਿਸ਼ ਕਰਦੇ, ਜਿਨ੍ਹਾਂ ਦੇ ਉੱਪਰ ਗੁਣ ਨਿਧਾਨ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਗੁਣ ਵੀ ਉਹਨਾਂ ਨੇ ਗਾਏ, ਨਾਮ ਵੀ ਉਹਨਾਂ ਨੇ ਜਪਿਆ ਜਿਨ੍ਹਾਂ ਦੇ ਉੱਪਰ ਉਸਨੇ ਕਿਰਪਾ ਕੀਤੀ ਹੈ। ਸੋ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੀ। ਉਹ ਮਨੁੱਖ ਸੁਖੀ ਹੈ ਦੁਨੀਆ ਦੇ ਵਿੱਚ ਜਿਹਨੇ ਨਾਮ ਜਪਿਆ। ਧਨ ਉਸ ਜਨਮਾਂ, ਉਹਦਾ ਜਨਮ ਵੀ ਧਨ ਹੈ ਜਿਹਨੇ ਨਾਮ ਜਪਿਆ। ਉਹਦੀ ਮਾਂ ਵੀ ਧਨ ਹੈ ਜਿਹਨੇ ਜਨਮ ਦਿੱਤਾ, ਉਹਦਾ ਪਿਓ ਵੀ ਧਨ ਹੈ ਜਿਹਨੇ ਪਾਲਿਆ ਹੈ। ਮਾਤਾ ਪਿਤਾ ਵੀ ਧਨ ਧਨ, ਉਹ ਆਪ ਵੀ ਧਨ ਹੈ। ਨਾਨਕ ਤਿਸ ਬਲਿਹਾਰੀ। ਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਤੋਂ ਕੁਰਬਾਨ ਜਾਈਏ ਭਾਈ, ਸਦਕੇ ਜਾਈਏ ਜਿਹਨੇ ਦੁਨੀਆ ਤੇ ਆ ਕੇ ਸਿਮਰਨ ਕੀਤਾ, ਜਿਹਨੇ ਦੁਨੀਆ ਤੇ ਆ ਕੇ ਰੱਬ ਨੂੰ ਯਾਦ ਕੀਤਾ। ਉਹ ਆਪ ਵੀ ਧਨ, ਮਾਂ ਬਾਪ ਵੀ ਧਨ, ਉਹ ਤੋਂ ਬਲਿਹਾਰ ਜਾਈਏ। ਪਰ ਜਿਨ੍ਹਾਂ ਨੇ ਸਿਮਰਨ ਨਹੀਂ ਨਾ ਕੀਤਾ, ਉਹਨਾਂ ਦੀ ਉਮਰਾਂ ਹੀ ਉਹਨਾਂ ਦੀ ਵੈਰੀ ਬਣ ਜਾਂਦੀ ਹੈ। ਉਹ ਦੁਨੀਆ ਤੇ ਆਏ, ਕਮਾਈਆਂ ਤੇ ਕੀਤੀਆਂ, ਪਰ ਜਮਾਂ ਦੀ ਪੁਰੀ ਵਿੱਚ ਬੰਨੇ ਜਾਣਗੇ। ਇਸ ਕਰਕੇ ਮਹਾਰਾਜ ਨੇ ਸਿਮਰਨ ਦੀ ਮਹਿਮਾ ਆਖੀ ਹੈ, ਨਾਮ ਜਪੀਏ ਤਾਂ ਕਿ ਭਲਾ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮਿਲੋ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।